हेलो दोस्तों, ਤੁਹਾਡਾ ਸਵਾਗਤ ਹੈ ਸੁਖੀਜਾ ਟਿਊਸ਼ਨਸ ਐਂਡ ਮਾਈ ਨੇਮ ਇਜ਼ ਤਮੰਨਾ। ਅੱਜ ਆਪਣੀ ਪੋਲਿਟੀ ਦੀ ਕਲਾਸ ਹੈ। ਲਾਸਟ ਕਲਾਸ 'ਚ ਆਪਾਂ ਕਰੰਟ ਅਫੇਅਰ ਕੀਤੇ ਸੀ। ਆਲਮੋਸਟ ਮਾਰਚ ਦੀ ਕਰੰਟ ਅਫੇਅਰ ਆਪਣੀ ਖਤਮ ਹੋ ਗਈ ਸੀ 16 ਤੋਂ ਲੈ ਕੇ 31 ਮਾਰਚ ਤੱਕ, ਔਰ 1-2 ਅਪ੍ਰੈਲ ਦੀ ਕਰੰਟ ਅਫੇਅਰ ਵੀ ਆਪਾਂ ਕੀਤੀ ਸੀ। ਹੁਣ ਆਪਾਂ ਲਾਸਟ ਪੋਲਿਟੀ ਦੀ ਕਲਾਸ 'ਚ ਆਪਾਂ ਕੀਤੀ ਸੀ ਫੰਡਾਮੈਂਟਲ ਰਾਈਟਸ ਦੇ ਪਾਰਟਸ ਆਫ ਇੰਡੀਅਨ ਕੌਂਸਟੀਟਿਊਸ਼ਨ, ਜਿਹਦੇ 'ਚ ਆਪਾਂ ਸਿਰਫ ਉੱਪਰੋਂ ਡਿਟੇਲ ਕੀਤੀ ਸੀ। ਹੁਣ ਆਪਾਂ ਦੁਬਾਰਾ ਫਿਰ ਪਾਰਟਸ ਆਫ ਇੰਡੀਅਨ ਕੌਂਸਟੀਟਿਊਸ਼ਨ ਐਕਸਪਲੇਨ ਕਰਨ ਲੱਗੇ ਹਾਂ। ਇਹਦੇ 'ਚ ਤੁਹਾਨੂੰ ਮੈਂ ਸਾਰੇ ਆਰਟੀਕਲਸ ਕਰਵਾਵਾਂਗੀ, ਔਰ ਬਿਨਾਂ ਕਿਸੇ ਟਾਈਮ ਤੋਂ ਆਪਾਂ ਕਲਾਸ ਸ਼ੁਰੂ ਕਰਦੇ ਹੋਏ ਫਸਟ ਦੇਖਦੇ ਹਾਂ ਪਾਰਟਸ ਆਫ ਇੰਡੀਅਨ ਕੌਂਸਟੀਟਿਊਸ਼ਨ। ਇਹਦੀ ਟ੍ਰਿਕ ਵੀ ਹੈ ਕਿ ਤੁਹਾਨੂੰ ਯਾਦ ਰਹਿ ਜਾਣਗੇ ਫਸਟ ਵਰਡ, ਮਤਲਬ ਤੁਸੀਂ ਉੱਥੋਂ ਯਾਦ ਰੱਖਣਾ ਹੈ। ਹੁਣ ਪਾਰਟ 1 ਤੋਂ ਪਾਰਟ 11 ਤੁਸੀਂ ਕਿਵੇਂ ਯਾਦ ਰੱਖਣਾ ਹੈ? You can fly directly from United States using paramilitary created special rockets। ठीक है। U ਤੇ ਕੀ ਹੋ ਗਿਆ? Union and its territories, Article 1 to 4। C ਤੇ can ਤੇ C, citizenship, part 2, Article 5 to 11। Fundamental rights, Article 12 to 35। D ਤੇ DPSP, Directive Principle of State Policy, पार्ट 4, आर्टिकल 36 to 51। ਨੈਕਸਟ ਹੈ ਉਸ ਤੋਂ ਬਾਅਦ ਪਾਰਟ 4 A ਦੇ ਵਿੱਚ ਆਪਣੀਆਂ ਫੰਡਾਮੈਂਟਲ ਡਿਊਟੀਜ਼ ਨੇ। ਇਹ ਕੀ ਹੈ? ਆਰਟੀਕਲ 51A। ਪਾਰਟ 5 ਦੇ ਵਿੱਚ ਤਾਂ ਯੂਨੀਅਨ ਹੈ, ਜਿਹਨੂੰ ਆਪਾਂ ਸੈਂਟਰ ਵੀ ਕਹਿ ਸਕਦੇ ਹਾਂ, ਆਰਟੀਕਲ 15 to 151। ਨੈਕਸਟ ਹੈ ਦ ਸਟੇਟਸ, ਆਰਟੀਕਲ 152 ਤੋਂ 237। ਦੈਨ ਹੈ ਯੂਨੀਅਨ ਟੈਰੀਟਰੀਜ਼, ਜਿਹਦੇ 'ਚ ਆਰਟੀਕਲ 239 ਤੋਂ ਆਰਟੀਕਲ 242 ਆਉਂਦੇ ਨੇ। ਦੈਨ ਪੀ ਤੇ ਪੰਚਾਇਤਸ, ਆਰਟੀਕਲ 243 ਤੋਂ 243D। ਫਿਰ ਮਿਊਨਿਸਪੈਲਿਟੀਜ਼, ਆਰਟੀਕਲ 243P2 243ZG। ਤੁਸੀਂ ਐਗਜ਼ੈਕਟ ਇੱਦਾਂ ਹੀ ਯਾਦ ਰੱਖਣੇ ਨੇ ਕਿ ਆਰਟੀਕਲ 243P ਟੂ ਆਰਟੀਕਲ 243ZG। ਦੈਨ ਕੀ ਨੇ? ਕੋਆਪਰੇਟਿਵ ਸੁਸਾਇਟੀਜ਼, ਆਰਟੀਕਲ 243ZH2 ਆਰਟੀਕਲ 243ZT। then scheduled tribal areas 244 to 244A। then ਕੀ ਹੈ? relation between union and state 244 to 263 articles। next ਹੈ article 12 to article 15। foreign tours sound too expensive, ਕਿ ਜਿਹੜੇ foreign tours ਨੇ ਉਹ ਬਹੁਤ ਮਹਿੰਗੇ ਕੀ ਹੁੰਦੇ ਨੇ, ਠੀਕ ਹੈ, ਸਾਊਂਡ ਕਰਦੇ ਨੇ। F ਤੇ ਕੀ ਹੈ? ਫਾਈਨੈਂਸ। T ਤੇ ਟ੍ਰੇਡ। S ਤੇ ਸਰਵਿਸ, ਔਰ 14A ਟ੍ਰਿਬਿਊਨਲਸ, 15 ਇਲੈਕਸ਼ਨਸ। ਕੀ ਹੈ? F ਤੇ ਫਾਈਨੈਂਸ, ਪ੍ਰੋਪਰਟੀ, ਕੰਟਰੈਕਟਸ ਐਂਡ ਸੂਟ ਪਾਰਟਸ, ਆਰਟੀਕਲ 264 to 300A। T ਤੇ ਟ੍ਰੇਡ, ਕਾਮਰਸ ਐਂਡ ਇੰਟਰਕੋਰਸ ਵਿਦ ਦ ਟੈਰੀਟਰੀ ਆਫ ਇੰਡੀਆ, ਆਰਟੀਕਲ 301 to 307। S ਤੇ ਕੀ ਹੈ? ਸਰਵਿਸ ਅੰਡਰ ਦ ਯੂਨੀਅਨ ਸਟੇਟਸ, ਮਤਲਬ ਕੀ ਆ ਜਾਂਦੇ ਨੇ? UPSC, SPSC, PPSC, IPSC, ਠੀਕ ਹੈ, ਆਰਟੀਕਲ 308 to 3023। ਟ੍ਰਿਬਿਊਨਲਸ ਆ ਜਾਂਦਾ 14A, 323A to 323B। 15th ਕੀ ਹੈ? ਇਲੈਕਸ਼ਨ, 324 to 329A। ਠੀਕ ਹੈ। ਨੈਕਸਟ ਹੈ ਪਾਰਟ 16 to 22। she owns expensive mats। ਐਸ ਤੇ ਕੀ ਆ ਗਿਆ? ਸਪੈਸ਼ਲ ਪ੍ਰੋਵੀਜ਼ਨਸ ਰਿਲੇਟਿੰਗ ਟੂ ਸਰਟਨ ਕਲਾਸਿਸ, ਆਰਟੀਕਲ 330 to 342। ਉਹ ਤੇ ਕੀ ਆ ਗਿਆ? ऑफिशियल लैंग्वेजेस, आर्टिकल 343 to 351। ई ਤੇ ਐਮਰਜੈਂਸੀ ਪ੍ਰੋਵੀਜ਼ਨਸ, ਆਰਟੀਕਲ 352 to ਆਰਟੀਕਲ 360। ਨੈਕਸਟ ਹੈ ਮਿਸਲੇਨੀਅਸ, ਆਰਟੀਕਲ 361 to 367। ਨੈਕਸਟ ਹੈ ਅਮੈਂਡਮੈਂਟਸ, ਪਾਰਟ 20, 368 ਆਰਟੀਕਲ। ਨੈਕਸਟ ਜੀ ਤੇ ਟੈਂਪਰੇਰੀ, ਟ੍ਰਾਂਜੀਸ਼ਨਲ ਐਂਡ ਸਪੈਸ਼ਲ ਪ੍ਰੋਵੀਜ਼ਨਸ, ਆਰਟੀਕਲ 369 to ਆਰਟੀਕਲ 392। ਆਪਣਾ ਲਾਸਟ ਜਿਹੜਾ ਹੈ ਸ਼ੋਰਟ ਟਾਈਟਲ, ਕਮੈਂਸਮੈਂਟ ਅਥੋਰੀਟਿਵ ਟੈਸਟ ਇਨ ਹਿੰਦੀ ਐਂਡ ਰਿਪੀਲਸ, ਆਰਟੀਕਲ 393 to ਆਰਟੀਕਲ 395। ਇਹ ਆਪਣੇ ਕੀ ਨੇ? 22 ਪਾਰਟਸ ਨੇ। ਹੁਣ ਆਪਾਂ ਫਸਟ ਪਾਰਟ ਐਕਸਪਲੇਨ ਕਰਨ ਲੱਗਿਆ। ਆਪਣਾ ਫਸਟ ਪਾਰਟ ਕਿਹੜਾ ਹੈ? ਦ ਯੂਨੀਅਨ ਐਂਡ ਇਟਸ ਟੈਰੀਟਰੀਜ਼। ਕਿਹੜੇ ਆਰਟੀਕਲ ਨੇ ਇਹਦੇ ਵਿੱਚ? ਆਰਟੀਕਲ 1 to ਆਰਟੀਕਲ 4। ਠੀਕ ਹੈ। ਪਾਰਟ 1 ਤੋਂ ਪਹਿਲਾਂ ਆਪਣੇ ਕੌਂਸਟੀਟਿਊਸ਼ਨ 'ਚ ਕੀ ਆਉਂਦਾ ਹੈ? ਪ੍ਰੀਐਂਬਲ ਆਫ ਇੰਡੀਆ। ਠੀਕ ਹੈ। ਫਸਟ ਪ੍ਰੀਐਂਬਲ ਨੂੰ ਕੀ ਕਿਹਾ ਜਾਂਦਾ ਹੈ? ਇੰਡੈਕਸ ਵੀ ਕਿਹਾ ਜਾਂਦਾ ਹੈ, ਹੋਰੋਸਕੋਪ ਆਫ ਕੌਂਸਟੀਟਿਊਸ਼ਨ ਵੀ ਕਿਹਾ ਜਾਂਦਾ ਹੈ, ਕੀ ਆਫ ਕੌਂਸਟੀਟਿਊਸ਼ਨ ਵੀ ਕਿਹਾ ਜਾਂਦਾ ਹੈ। ਇਹ ਸਭ ਚੀਜ਼ਾਂ ਮੈਂ ਤੁਹਾਨੂੰ ਕਦੋਂ ਐਕਸਪਲੇਨ ਕੀਤੀਆਂ ਸੀ? ਜਦੋਂ ਆਪਾਂ ਕੀ ਕੌਂਸਟੀਟਿਊਸ਼ਨ ਵਾਲੀ ਕਲਾਸ ਲਗਾਈ ਸੀ, ਫਸਟ ਕਲਾਸ ਸੀ ਜਿਹੜੀ ਆਪਣੀ। ਠੀਕ ਹੈ। ਹੁਣ ਤੁਸੀਂ ਇੱਕ ਚੀਜ਼ ਨੋਟਿਸ ਕੀਤੀ ਹੋਏਗੀ
कि अपने कोल ਜਿਹੜੇ ਪਾਰਟਸ ਨੇ ਉਹ 1 to 22 ਨੇ, ਬਟ ਆਪਣੇ ਕੌਂਸਟੀਟਿਊਸ਼ਨ 'ਚ 7th ਪਾਰਟ ਤਾਂ ਹੈ ਹੀ ਨਹੀਂ। 7th ਪਾਰਟ ਤਾਂ ਨਹੀਂ ਹੈ ਕਿਉਂਕਿ ਕੀ ਸੀ ਕਿ ਜਿਹੜਾ 6th ਪਾਰਟ ਸੀ ਸਟੇਟ ਆਰਟੀਕਲ 152 to 237, ਉਸ ਤੋਂ ਬਾਅਦ ਕੀ ਸੀ ਪਾਰਟ 7 'ਚ ਸਟੇਟ ਨੂੰ 3 ਪਾਰਟਸ 'ਚ ਵੰਡਿਆ ਗਿਆ ਸੀ। ਠੀਕ ਹੈ, 3 ਪਾਰਟਸ 'ਚ ਵੰਡਿਆ ਗਿਆ ਸੀ, ਬਟ ਉਸ ਤੋਂ ਬਾਅਦ ਇਸ ਚੀਜ਼ ਨੂੰ ਕੀ ਕਰ ਦਿੱਤਾ ਸੀ, ਡਿਨਾਈ ਕਰ ਦਿੱਤਾ ਸੀ, ਜਿਹਦੇ ਕਰਕੇ ਕਿ ਆਰਟੀਕਲ 7 ਨੂੰ ਖਤਮ ਕਰ ਦਿੱਤਾ ਸੀ ਉਹਨਾਂ ਨੇ। ਠੀਕ ਹੈ, ਕਿ ਜਿਹੜੀ ਸਟੇਟ ਸੀ ਉਹਨੂੰ ਇੱਕ ਪਾਰਟ 'ਚ ਹੀ ਕਰਤਾ ਸੀ, ਸਟੇਟ ਦੇ ਡਿਫਰੈਂਟ ਪਾਰਟਸ ਨਹੀਂ ਸੀ। ਨੈਕਸਟ ਹੁਣ ਆਪਾਂ ਯੂਨੀਅਨ ਐਂਡ ਟੈਰੀਟਰੀ ਫਸਟ ਪਾਰਟ ਸ਼ੁਰੂ ਕਰਦੇ ਹਾਂ, ਜਿਹਦੇ 'ਚ ਆਰਟੀਕਲ 1 to 4 ਨੇ। ਆਰਟੀਕਲ 1 ਆਪਾਂ ਨੂੰ ਕੀ ਕਹਿੰਦਾ ਏ ਕਿ ਇੰਡੀਆ ਦੈਟ ਇਜ਼ ਭਾਰਤ ਸ਼ੈਲ ਬੀ ਅ ਯੂਨੀਅਨ ਆਫ ਸਟੇਟਸ। ਕੀ ਕਹਿੰਦੇ ਨੇ ਕਿ ਜਿਹੜਾ ਇੰਡੀਆ ਏ ਉਹ ਕੀ ਹੈ, ਭਾਰਤ ਹੈ, ਸ਼ੈਲ ਬੀ ਯੂਨੀਅਨ ਆਫ ਸਟੇਟਸ। ਆਪਣੇ ਫਸਟ ਕੌਂਸਟੀਟਿਊਸ਼ਨ ਆਫ ਇੰਡੀਆ 'ਚ ਆਰਟੀਕਲ 1 'ਚ ਕੀ ਲਿਖਿਆ ਹੈ ਕਿ ਇੰਡੀਆ ਨੂੰ ਭਾਰਤ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇੰਡੀਆ ਭਾਰਤ ਹੈ ਜਿਹਨੂੰ ਕੀ ਕਹਿ ਸਕਦੇ ਹਾਂ, ਯੂਨੀਅਨ ਆਫ ਸਟੇਟਸ। ਹੁਣ ਤੁਸੀਂ ਇੱਕ ਚੀਜ਼ ਨੋਟਿਸ ਕਰੋ, ਇੱਥੇ ਫੈਡਰੇਸ਼ਨ ਆਫ ਸਟੇਟਸ ਕਿਉਂ ਨਹੀਂ ਦਿੱਤਾ ਹੋਇਆ, ਯੂਨਿਟੀ ਆਫ ਸਟੇਟਸ ਕਿਉਂ ਨਹੀਂ ਦਿੱਤਾ ਹੋਇਆ, ਹੋਰ ਵਰਡ ਕਿਉਂ ਨਹੀਂ ਦਿੱਤੇ ਹੋਏ। ਕੀ ਦਿੱਤਾ ਹੋਇਆ ਹੈ, ਯੂਨੀਅਨ ਆਫ ਸਟੇਟਸ, ਕਿ ਜਿਹੜਾ ਇੰਡੀਆ ਹੈ ਦੈਟ ਇਜ਼ ਭਾਰਤ ਸ਼ੈਲ ਬੀ ਯੂਨੀਅਨ ਆਫ ਸਟੇਟ। ਅਗਰ ਤੁਹਾਨੂੰ ਪੇਪਰ 'ਚ ਕੁਐਸਚਨ ਆ ਜਾਏ ਕਿ ਜਿਹੜਾ ਇੰਡੀਆ ਹੈ ਉਹ ਕੀ ਹੈ, ਆਪਸ਼ਨ ਆ ਜਾਣ ਯੂਨੀਅਨ, ਫੈਡਰੇਸ਼ਨ ਜਾਂ ਅਥੋਰਿਟੀ, ਕੁਛ ਵੀ ਆ ਜਾਏ, ਤਾਂ ਤੁਸੀਂ ਕਿਹਦੇ 'ਤੇ ਰਾਈਟ ਆਪਸ਼ਨ ਲਾਣੀ ਹੈ, ਯੂਨੀਅਨ 'ਤੇ, ਕਿ ਇੰਡੀਆ ਦੈਟ ਇਜ਼ ਭਾਰਤ ਸ਼ੈਲ ਬੀ ਅ ਯੂਨੀਅਨ ਆਫ ਸਟੇਟਸ। ਠੀਕ ਹੈ, ਜਿਹੜਾ ਯੂਨੀਅਨ ਦਾ ਐਗਰੀਮੈਂਟ ਸੀ ਉਹ ਕੀ ਹੈ, ਸਾਈਨ ਨਹੀਂ ਹੋਇਆ। ਠੀਕ ਹੈ, ਉਸ ਤੋਂ ਬਾਅਦ ਕੀ ਕਹਿੰਦੇ ਨੇ ਕਿ ਨੋ ਸਟੇਟ ਹੈਜ਼ ਦ ਰਾਈਟ ਟੂ ਗੈਟ ਸੈਪਰੇਟਿਡ ਫਰੋਮ ਇਟ, ਕਿ ਇਹਦੇ 'ਚ ਕੀ ਦੱਸਦੇ ਨੇ ਕਿ ਜਿਹੜੀਆਂ ਸਟੇਟਸ ਨੇ ਉਹ ਕੰਟਰੀ ਤੋਂ ਸੈਪਰੇਟ ਨਹੀਂ ਹੋ ਸਕਦੀਆਂ, ਕਿ ਆਪਣੀ ਇੰਡੀਆ ਦੀ ਸਟੇਟਸ ਕੋਲ ਇੰਨਾ ਮਤਲਬ ਪਾਵਰ ਨਹੀਂ ਹੈ ਕਿ ਉਹ ਕਹੇ ਕਿ ਅਸੀਂ ਇੰਡੀਆ ਤੋਂ ਅਲੱਗ ਹੋਣਾ ਹੈ। ਜਿਵੇਂ ਹੁਣ ਫੋਰ ਐਗਜ਼ਾਮਪਲ ਕਿ ਆਪਾਂ ਪੰਜਾਬ ਆ, ਠੀਕ ਹੈ, ਪੰਜਾਬ 'ਚ ਰਹਿੰਦੇ ਹਾਂ, ਪੰਜਾਬ ਦੀ ਸਟੇਟ ਕੀ ਕਹੇ ਕਿ ਮੈਂ ਤਾਂ ਇੰਡੀਆ ਤੋਂ ਅਲੱਗ ਹੋਣਾ ਹੈ, ਮੈਂ ਆਪਦੀ ਅੱਡ ਕੰਟਰੀ ਬਣਾਉਣੀ ਹੈ, ਪਰ ਨਹੀਂ, ਇਹ ਚੀਜ਼ ਇੰਡੀਆ 'ਚ ਪੋਸੀਬਲ ਨਹੀਂ ਹੈ ਕਿਉਂਕਿ ਇਹ ਚੀਜ਼ ਇੰਡੀਆ ਕੌਂਸਟੀਟਿਊਸ਼ਨ 'ਚ ਨਹੀਂ ਲਿਖੀ ਹੋਈ। ਔਰ ਆਪਾਂ ਕੌਂਸਟੀਟਿਊਸ਼ਨ ਨੂੰ ਬਦਲ ਨਹੀਂ ਸਕਦੇ, ਆਪਾਂ ਸਿਰਫ ਕੌਂਸਟੀਟਿਊਸ਼ਨ ਨੂੰ ਅਮੈਂਡਮੈਂਟਸ ਕਰ ਸਕਦੇ ਹਾਂ ਕੌਂਸਟੀਟਿਊਸ਼ਨ 'ਚ। ਠੀਕ ਹੈ, ਕੀ ਹੈ ਕਿ ਨੋ ਸਟੇਟਸ ਹੈਜ਼ ਦ ਰਾਈਟ ਟੂ ਗੈਟ ਸੈਪਰੇਟਿਡ ਫਰੋਮ ਇਟ। ਨੈਕਸਟ ਹੈ ਟੈਰੀਟਰੀ ਆਫ ਇੰਡੀਆ। ਟੈਰੀਟਰੀ ਆਫ ਇੰਡੀਆ 'ਚ ਕੀ ਦਿੱਤਾ ਹੋਇਆ, ਸਟੇਟ ਪਲੱਸ ਯੂਟੀਜ਼ ਪਲੱਸ ਅਦਰ ਟੈਰੀਟਰੀਜ਼ ਅਕਵਾਇਰਡ ਬਾਈ ਇੰਡੀਆ। ਇੱਕ ਤਾਂ ਸਟੇਟ ਹੋ ਗਈ, ਨਾਲ ਕੀ ਹੋ ਗਈ ਯੂਟੀ, ਨਾਲ ਕੀ ਹੋ ਗਿਆ ਅਦਰ ਟੈਰੀਟਰੀਜ਼ ਅਕਵਾਇਰਡ ਬਾਈ ਇੰਡੀਆ, ਕਿ ਜਿਹੜੀ ਟੈਰੀਟਰੀਜ਼ 'ਤੇ ਇੰਡੀਆ ਨੇ ਕੀ ਕੀਤਾ ਹੋਇਆ ਹੈ, ਕਬਜ਼ਾ ਕੀਤਾ ਹੋਇਆ ਹੈ। ਠੀਕ ਹੈ, ਕੀ ਕਹਿੰਦੇ ਨੇ ਆਰਟੀਕਲ 1 ਦੇ ਵਿੱਚ ਕਿ ਇੰਡੀਆ ਦੈਟ ਇਜ਼ ਭਾਰਤ ਸ਼ੈਲ ਬੀ ਅ ਯੂਨੀਅਨ ਆਫ ਸਟੇਟਸ। ਯੂਨੀਅਨ ਦਾ ਐਗਰੀਮੈਂਟ 'ਤੇ ਸਾਈਨ ਨਹੀਂ ਹੋਇਆ ਔਰ ਨੋ ਸਟੇਟ ਹੈਜ਼ ਦ ਰਾਈਟ ਟੂ ਗੈਟ ਸੈਪਰੇਟਿਡ ਫਰੋਮ ਇਟ। ਔਰ ਟੈਰੀਟਰੀ ਆਫ ਇੰਡੀਆ 'ਚ ਕੀ ਆ ਜਾਂਦਾ ਹੈ, ਸਟੇਟ ਪਲੱਸ ਯੂਟੀਜ਼ ਪਲੱਸ ਅਦਰ ਟੈਰੀਟਰੀਜ਼ ਐਕਵਾਇਰਡ ਬਾਏ ਇੰਡੀਆ। ਠੀਕ ਹੈ, ਇਹ ਹੋ ਗਿਆ ਆਪਣਾ ਫਸਟ ਆਰਟੀਕਲ ਕਵਰ ਕਿਹਦਾ, ਦ ਯੂਨੀਅਨ ਐਂਡ ਇਟਸ ਟੈਰੀਟਰੀ ਦਾ। ਠੀਕ ਹੈ, ਨੈਕਸਟ ਉਸ ਤੋਂ ਬਾਅਦ ਕੀ ਹੈ, ਆਰਟੀਕਲ 2। ਆਰਟੀਕਲ 2 'ਚ ਕੀ ਕਹਿੰਦੇ ਨੇ, ਐਡਮਿਸ਼ਨ ਐਸਟੈਬਲਿਸ਼ਮੈਂਟ ਆਫ ਨਿਊ ਸਟੇਟਸ ਦੈਟ ਆਰ ਨੋਟ ਪਾਰਟ ਆਫ ਯੂਨੀਅਨ ਆਫ ਇੰਡੀਆ, ਕਿ ਜਿਹੜੀ ਸਟੇਟਸ ਨੇ ਉਹ ਇੰਡੀਆ ਦਾ ਪਾਰਟ ਨਹੀਂ ਹੈ, ਬਟ ਆਪਾਂ ਕੀ ਉਹਨਾਂ ਨੂੰ ਆਪਦੇ ਵਿੱਚ ਐਡ ਕਰ ਸਕਦੇ ਹਾਂ। ਠੀਕ ਹੈ, ਆਪਾਂ ਉਹਨੂੰ ਐਡਮਿਟ ਵੀ ਕਰ ਸਕਦੇ ਹਾਂ ਔਰ ਉਹਨੂੰ ਇਸਟੈਬਲਿਸ਼ ਵੀ ਕਰ ਸਕਦੇ ਹਾਂ। ਜਿਵੇਂ ਹੁਣ ਕਿ ਅਗਰ ਆਪਾਂ ਨੇਪਾਲ 'ਤੇ ਕਬਜ਼ਾ ਕਰ ਲੈਂਦੇ ਹਾਂ, ਭੂਟਾਨ 'ਤੇ ਕਬਜ਼ਾ ਕਰ ਲੈਂਦੇ ਹਾਂ ਫੋਰ ਐਗਜ਼ਾਮਪਲ, ਹੈ ਨਾ, ਜੇ ਆਪਾਂ ਉਹਨੂੰ ਇੰਡੀਆ ਦੀ ਸਟੇਟ ਬਣਾਉਣਾ ਚਾਹੁੰਦੇ ਹਾਂ ਤਾਂ ਆਪਾਂ ਉਹਦੇ 'ਚ ਐਡ ਵੀ ਕਰ ਸਕਦੇ ਹਾਂ। ਠੀਕ ਹੈ, ਕਿ ਨੇਪਾਲ ਭੂਟਾਨ ਕੀ ਆਪਾਂ ਇੰਡੀਆ ਦੀ ਸਟੇਟ ਆਪਾਂ ਉਹਨੂੰ ਕੀ ਬਣਾ ਸਕਦੇ ਹਾਂ। ਠੀਕ ਹੈ, ਕਿ ਕਿਸੇ ਵੀ ਦੇਸ਼ 'ਤੇ ਜਾਂ ਕਿਸੇ ਵੀ ਕੋਈ ਜਗ੍ਹਾ 'ਤੇ ਆਈਲੈਂਡ 'ਤੇ ਆਪਾਂ ਕਬਜ਼ਾ ਕਰ ਲੈਂਦੇ ਹਾਂ ਤਾਂ ਉਹਨੂੰ ਆਪਾਂ ਕੀ ਆਪਦੀ ਨਿਊ ਸਟੇਟ ਬਣਾ ਸਕਦੇ ਹਾਂ। ਐਡਮਿਟ ਐਂਡ ਇਸਟੈਬਲਿਸ਼ਮੈਂਟ ਆਪਾਂ ਉਹਦੇ 'ਚ ਕੀ ਕਰ ਸਕਦੇ ਹਾਂ। ਆਰਟੀਕਲ 1 ਕੀ ਕਹਿੰਦਾ ਸੀ, ਆਰਟੀਕਲ 1 ਕਹਿੰਦਾ ਸੀ ਕਿ ਇੰਡੀਆ ਦੈਟ ਇਜ਼ ਭਾਰਤ ਸ਼ੈਲ ਬੀ ਅ ਯੂਨੀਅਨ ਆਫ ਸਟੇਟਸ। ਯੂਨੀਅਨ ਦਾ ਐਗਰੀਮੈਂਟ 'ਤੇ ਸਾਈਨ ਨਹੀਂ ਹੈ, ਨੋ ਸਟੇਟ ਹੈਜ਼ ਦ ਰਾਈਟ ਟੂ ਗੈਟ ਸੈਪਰੇਟਿਡ ਫਰੋਮ ਇਟ। ਔਰ ਟੈਰੀਟਰੀ ਆਫ ਇੰਡੀਆ ਕੀ ਹੈ, ਸਟੇਟ ਪਲੱਸ ਯੂਟੀਜ਼ ਪਲੱਸ ਅਦਰ ਟੈਰੀਟਰੀਜ਼ ਐਕਵਾਇਰਡ ਬਾਏ ਇੰਡੀਆ। ਆਰਟੀਕਲ 2 ਕੀ ਕਹਿੰਦਾ ਹੈ ਕਿ ਐਡਮਿਸ਼ਨ ਇਸਟੈਬਲਿਸ਼ਮੈਂਟ ਆਫ ਨਿਊ ਸਟੇਟਸ ਦੈਟ ਆਰ ਨੋਟ ਪਾਰਟ ਆਫ ਯੂਨੀਅਨ ਆਫ ਇੰਡੀਆ। ਇਹ ਆਪਾਂ ਪਾਰਟ ਸਲੋ ਕਰਾਂਗੇ ਕਿ ਤੁਹਾਨੂੰ ਸਾਰੇ ਈਜ਼ੀ ਵੇ ਨਾਲ ਸਮਝ ਆ ਜਾਣ। ਅਗਰ ਆਪਣੇ ਆਰਟੀਕਲਸ ਪੂਰੇ ਹੋ ਗਏ ਸਾਰੇ ਤਾਂ ਸਮਝੋ ਤੁਹਾਡੀ ਪੋਲਿਟੀ ਹੋ ਗਈ, ਕਿਉਂਕਿ ਆਰਟੀਕਲਸ 'ਚ ਹੀ ਸਾਰੀ ਪੋਲਿਟੀ ਹੈ। ਜਿਹੜੇ ਪਾਰਟਸ ਨੇ ਇੰਡੀਅਨ ਕੌਂਸਟੀਟਿਊਸ਼ਨ 'ਚ ਡਿਫਾਈਨ ਕੀਤੇ ਹੋਏ ਨੇ, ਅਗਰ ਤੁਹਾਨੂੰ ਆਰਟੀਕਲਸ ਆ ਗਏ ਪਾਰਟਸ ਆ ਗਏ ਤਾਂ ਤੁਸੀਂ ਸਮਝੋ ਕਿ ਤੁਹਾਡੀ ਪੋਲਿਟੀ ਹੋ ਗਈ। ਠੀਕ ਹੈ,
ਤਾਂ ਕਰਕੇ ਤੁਸੀਂ ਪਾਰਟਸ ਦੀ ਕੋਈ ਵੀ ਕਲਾਸ ਕੀ ਹੈ ਜਿਹੜੀ ਮਿਸ ਨਹੀਂ ਕਰਨੀ। ਹੁਣ ਅੱਗੇ ਆਪਾਂ ਗੱਲ ਕਰਦੇ ਹਾਂ ਆਰਟੀਕਲ 3। ਆਰਟੀਕਲ 3 'ਚ ਕੀ ਕਹਿੰਦੇ ਨੇ, ਨਿਊ ਸਟੇਟ ਸੈਪਰੇਸ਼ਨ ਐਂਡ ਯੂਨਾਈਟ ਸਟੇਟਸ ਐਂਡ ਯੂਟੀਜ਼, ਕਿ ਜਿਹੜੀ ਵੀ ਨਿਊ ਸਟੇਟ ਬਣੇਗੀ ਉਹਨੂੰ ਕੀ ਹੈ ਸੈਪਰੇਟ ਕਰਨ ਦੀ ਪਾਵਰ ਵੀ ਹੈ ਔਰ ਇਕੱਠੀ ਕਰਨ ਦੀ ਪਾਵਰ ਵੀ ਹੈ। ਹੁਣ ਇਹਦੀ ਸੈਪਰੇਸ਼ਨ ਐਂਡ ਯੂਨਾਈਟ ਦਾ ਮਤਲਬ ਕੀ ਹੈ ਕਿ ਜਿਵੇਂ ਪਹਿਲਾਂ ਕਿ ਇਹਦਾ ਮਤਲਬ ਹੈ ਕਿ ਅਗਰ ਆਪਾਂ ਪੰਜਾਬ ਹਰਿਆਣਾ ਨੂੰ ਇਕੱਠਾ ਕਰਨਾ ਹੈ, ਸੁਪੋਜ਼ ਕਰ ਲੈਂਦੇ ਹਾਂ, ਹੋਣਾ ਤਾਂ ਨਹੀਂ ਬਟ ਸੁਪੋਜ਼ ਕਿ ਆਪਾਂ ਪੰਜਾਬ ਅਤੇ ਹਰਿਆਣਾ ਨੂੰ ਆਪਾਂ ਇਕੱਠੀ ਸਟੇਟ ਕਰਨੀ ਹੈ। ਪਹਿਲਾਂ ਸੈਪਰੇਸ਼ਨ ਸੀ, ਸੈਪਰੇਟ ਨੇ, ਹੁਣ ਆਪਾਂ ਅਗਰ ਉਹਨਾਂ ਨੂੰ ਇਕੱਠਾ ਕਰਨਾ ਹੈ ਤਾਂ ਆਪਣੇ ਕੋਲ ਇਕੱਠਾ ਕਰਕੇ ਆਪਾਂ ਉਹਦੀ ਨਵੀਂ ਸਟੇਟ ਵੀ ਬਣਾ ਸਕਦੇ ਹਾਂ। ਕੀ ਕਹਿੰਦੇ ਨੇ ਆਰਟੀਕਲ 3 ਦੇ ਵਿੱਚ ਕਿ ਅਗਰ ਇੱਕ ਨਿਊ ਸਟੇਟ ਬਣੀ ਹੈ, ਨਿਊ ਸਟੇਟ ਨੂੰ ਆਪਾਂ ਕਿਸੇ ਵੀ ਪੁਰਾਣੀ ਜਿਹੜੀ ਹੁਣ ਜਿਵੇਂ ਪੰਜਾਬ ਹੈ, ਅਗਰ ਕੋਈ ਵੀ ਸਟੇਟ ਬਣਦੀ ਹੈ ਨਵੀਂ, ਉਹਨੂੰ ਆਪਾਂ ਕੀ ਪੰਜਾਬ 'ਚ ਕੀ ਕਰਨਾ, ਯੂਨਾਈਟ ਕਰਨਾ ਹੈ, ਪੰਜਾਬ 'ਚ ਜੋੜਨਾ ਹੈ, ਅਤੇ ਆਪਾਂ ਕੀ ਜੋੜ ਸਕਦੇ ਹਾਂ, ਆਪਾਂ ਯੂਟੀਜ਼ ਨੂੰ ਵੀ ਜੋੜ ਸਕਦੇ ਹਾਂ ਆਪਸ ਦੇ ਵਿੱਚ, ਸੈਪਰੇਟ ਵੀ ਕਰ ਸਕਦੇ ਹਾਂ, ਯੂਨਾਈਟ ਵੀ ਕਰ ਸਕਦੇ ਹਾਂ, ਇਹ ਆਪਣੀ ਮਰਜ਼ੀ ਹੈ। ਠੀਕ ਹੈ, ਨੈਕਸਟ ਕੀ ਹੈ, ਪਾਵਰ, ਪਾਰਲੀਮੈਂਟ ਹੈਜ਼ ਦ ਪਾਵਰ ਟੂ ਇਨਕਰੀਜ਼ ਔਰ ਡਿਮਿਨਿਸ਼ ਦ ਏਰੀਆ ਆਫ ਐਨੀ ਸਟੇਟ, ਟੂ ਅਲਟਰ ਦ ਬਾਉਂਡਰੀਜ਼ ਔਰ ਨੇਮ ਆਫ ਐਨੀ ਸਟੇਟ। ਕਿ ਇਹ ਚੀਜ਼ ਦੀ ਪਾਵਰ ਕਿਹਦੇ ਕੋਲ ਹੈ, ਇਸ ਚੀਜ਼ ਦੀ ਪਾਵਰ ਹੈ ਪਾਰਲੀਮੈਂਟ ਕੋਲ, ਕਿ ਆਪਾਂ ਉਸ ਜਿਵੇਂ ਹੁਣ ਪੰਜਾਬ ਦੀ ਜਿਹੜੀ ਬਾਉਂਡਰੀ ਹੈ, ਪਾਰਲੀਮੈਂਟ ਕੋਲ ਪਾਵਰ ਹੈ ਕਿ ਉਹ ਸਟੇਟ ਦੀ ਕੀ ਬਾਉਂਡਰੀ ਵਧਾ ਵੀ ਸਕਦੀ ਹੈ, ਘਟਾ ਵੀ ਸਕਦੀ ਹੈ, ਔਰ ਸਟੇਟ ਨੂੰ ਨਵਾਂ ਨਾਮ ਵੀ ਦੇ ਸਕਦੀ ਹੈ। ਕੌਣ, ਸਿਰਫ ਪਾਰਲੀਮੈਂਟ, ਹੋਰ ਕਿਸੇ ਕੋਲ ਵੀ ਇਸ ਚੀਜ਼ ਦੀ ਪਾਵਰ ਨਹੀਂ ਹੈ, ਸਿਰਫ ਪਾਰਲੀਮੈਂਟ ਕੋਲ ਪਾਵਰ ਹੈ ਕਿ ਉਹ ਏਰੀਆ ਵਧਾ ਸਕਦੀ ਹੈ, ਉਹਦੀ ਪਾਵਰ ਇਨਕਰੀਜ਼ ਕਰ ਸਕਦੀ ਹੈ, ਕਿਸੇ ਵੀ ਸਟੇਟ ਦੀ ਜਾਂ ਕਿਸੇ ਵੀ ਯੂਟੀ ਦੀ ਉਹਦੀਆਂ ਬਾਉਂਡਰੀਜ਼ ਇਨਕਰੀਜ਼ ਕਰ ਸਕਦੀ ਹੈ, ਜਾਂ ਕਿਸੇ ਵੀ ਸਟੇਟ ਦਾ ਨਾਮ ਕੀ ਹੈ ਬਦਲ ਸਕਦੀ ਹੈ। ਠੀਕ ਹੈ, ਨੈਕਸਟ ਉਹਦਾ ਪ੍ਰੋਸੀਜਰ ਕੀ ਹੈ, ਬਿੱਲ ਪਾਸ ਹੋਏਗਾ ਆਈਦਰ ਹਾਊਸ ਆਫ ਪਾਰਲੀਮੈਂਟ, ਬੋਥ ਹਾਊਸਿਸ ਦੇ ਵਿੱਚ, ਦੈਨ ਪ੍ਰੀਅਰ ਰਿਕਮੈਂਡੇਸ਼ਨ ਕਿੰਦੀ ਹੋਏਗੀ, ਪਾਰਲੀਮੈਂਟ ਦੀ, ਦੋਨੋਂ ਹਾਊਸ 'ਚ ਬਿੱਲ ਹੋਏਗਾ, ਫਿਰ ਦੈਨ ਦੋਨੋਂ ਹਾਊਸਿਸ 'ਚ ਪਾਸ ਹੋਏਗਾ, ਦੈਨ ਲਾਸਟ ਮਤਲਬ ਸਭ ਤੋਂ ਜ਼ਿਆਦਾ ਮੇਨ ਕੀ ਹੈ, ਪ੍ਰਾਇਓਰਿਟੀ ਕਿਹਨੂੰ ਦਿੱਤੀ ਜਾਏਗੀ, ਪ੍ਰੈਜ਼ੀਡੈਂਟ ਦੇ ਰਿਕਮੈਂਡੇਸ਼ਨ ਨੂੰ, ਪ੍ਰੈਜ਼ੀਡੈਂਟ ਦੇ ਜਵਾਬ ਨੂੰ। ਠੀਕ ਹੈ, ਸੈਕਿੰਡ ਕੀ ਕਹਿੰਦਾ ਹੈ, ਇਫ ਇਟ ਅਫੈਕਟਸ ਦ ਬਾਉਂਡਰੀ ਔਰ ਨੇਮ ਆਫ ਐਨੀ ਸਟੇਟ, ਅਗਰ ਕੋਈ ਵੀ ਅਗਰ ਬਾਉਂਡਰੀ ਹੈ ਕੋਈ ਵੀ ਸਟੇਟ ਨੂੰ ਅਫੈਕਟ ਕਰਦੀ ਹੈ ਜਾਂ ਕੋਈ ਵੀ ਨਾਮ ਨੂੰ ਚੇਂਜ ਕਰਦੀ ਹੈ, ਤਾਂ ਫਸਟ ਕੀ ਹੋਏਗਾ, ਉਹ ਰੈਫਰ ਹੋਏਗਾ ਸਟੇਟ ਲੈਜਿਸਲੇਚਰ ਕੋਲ, ਰੈਫਰ ਹੋਏਗਾ ਕਿੱਥੇ, ਪਾਰਲੀਮੈਂਟ ਕੋਲ, ਕਿਉਂਕਿ ਇਹਦੀ ਪਾਵਰ ਸਿਰਫ ਕਿਹਦੇ ਕੋਲ ਹੈ, ਪਾਰਲੀਮੈਂਟ ਕੋਲ। ਬਟ ਯੂਟੀ 'ਚ ਇਹ ਚੀਜ਼ ਨਹੀਂ ਹੈ, ਯੂਟੀ ਕਦੇ ਵੀ ਪਾਰਲੀਮੈਂਟ ਕੋਲ ਨਹੀਂ, ਯੂਟੀ ਸਿੱਧਾ ਡਾਇਰੈਕਟ ਪਾਰਲੀਮੈਂਟ ਕੋਲ ਜਾ ਸਕਦੀ ਹੈ, ਬਟ ਅਗਰ ਕਿਸੇ ਸਟੇਟ ਨਾਲ ਹੈ ਤਾਂ ਉਹ ਪਹਿਲਾਂ ਕਿੱਥੇ ਜਾਏਗੀ, ਸਟੇਟ ਲੈਜਿਸਲੇਟਰ ਕੋਲ, ਦੈਨ ਪਾਰਲੀਮੈਂਟ ਕੋਲ। ਠੀਕ ਹੈ, ਯੂਟੀ ਸਿੱਧਾ ਕਿੱਥੇ ਜਾ ਸਕਦੀ ਹੈ, ਪਾਰਲੀਮੈਂਟ 'ਚ ਜਾ ਸਕਦੀ ਹੈ। ਨੈਕਸਟ ਉਸ ਤੋਂ ਬਾਅਦ ਕੀ ਹੈ, ਐਕਸਪ੍ਰੈਸ ਵਿਊਜ਼ ਵਿਦਿਨ ਟਾਈਮ ਲਿਮਿਟ ਅਦਰਵਾਈਜ਼ ਡੀਮਡ ਪਾਸ, ਕਿ ਅਗਰ ਬੋਥ ਹਾਊਸਿਸ ਆਫ ਜਿਹੜੇ ਨੇ ਪਾਰਲੀਮੈਂਟ ਨੇ, ਅਗਰ ਉਹ ਵਿਦਿਨ ਟਾਈਮ ਲਿਮਿਟ ਦੇ ਵਿੱਚ 14 ਡੇਜ਼ ਦੇ ਵਿੱਚ ਜਿੰਨਾ ਵੀ ਉਹਨਾਂ ਨੂੰ ਟਾਈਮ ਦਿੱਤਾ ਹੈ, ਉਹ ਆਪਦਾ ਕੀ ਹੈ ਜਿਹੜਾ ਵਿਊ ਐਕਸਪ੍ਰੈਸ ਨਹੀਂ ਕਰਦੇ, ਆਪਦਾ ਡਿਸੀਜ਼ਨ ਨਹੀਂ ਦਿੰਦੇ, ਤਾਂ ਕੀ ਹੋਏਗਾ, ਫਿਰ ਜਿਹੜਾ ਪ੍ਰੈਜ਼ੀਡੈਂਟ ਹੈ ਉਹਦੇ ਵੱਲੋਂ ਕੀ ਪਾਸ, ਡੀਮਡ ਕੀ ਹੈ, ਪਾਸ ਹੋ ਜਾਏਗੀ। ਠੀਕ ਹੈ, ਫੋਰਥ ਕੀ ਹੈ, ਸਿੰਪਲ ਮੈਜੋਰਿਟੀ, ਕਿ ਇਹ ਚੀਜ਼ਾਂ ਕੀ ਸਿੰਪਲ ਮੈਜੋਰਿਟੀ ਨਾਲ ਕੀ ਹੋ ਜਾਣਗੀਆਂ, ਪਾਸ ਹੋ ਜਾਣਗੀਆਂ। ਠੀਕ ਹੈ, ਕਿ ਫਸਟ ਆਪਣੇ ਕੋਲ ਕੀ ਸੀ, ਫਸਟ ਸੀ ਬਿੱਲ, ਆਈਦਰ ਹਾਊਸ ਆਫ ਪਾਰਲੀਮੈਂਟ ਬਿੱਲ ਹੋਏਗਾ, ਬਿੱਲ ਦੋਨਾਂ 'ਚੋਂ ਪਾਸ ਹੋਏਗਾ, ਆਈਦਰ ਹਾਊਸ ਬੋਥ ਹਾਊਸਿਸ ਆਫ ਪਾਰਲੀਮੈਂਟ 'ਚੋਂ ਪ੍ਰੀਅਰ ਰਿਕਮੈਂਡੇਸ਼ਨ ਕਿਹਦੀ ਹੋਏਗੀ, ਪ੍ਰੈਜ਼ੀਡੈਂਟ ਦੀ। ਅਗਰ ਉਹ ਕਿਸੇ ਵੀ ਬਾਉਂਡਰੀ ਜਾਂ ਨੇਮ ਨੂੰ ਇਫੈਕਟ ਕਰਦੀ ਹੈ, ਅਗਰ ਸਟੇਟ ਦੀ ਇਫੈਕਟ ਕਰਦੀ ਹੈ ਤਾਂ ਉਹ ਸਟੇਟ ਲੈਜਿਸਲੇਚਰ ਕੋਲ ਪਹਿਲਾਂ ਜਾਣਗੇ, ਦੈਨ ਪਾਰਲੀਮੈਂਟ, ਪਰ ਯੂਟੀ ਸਿੱਧਾ ਡਾਇਰੈਕਟ ਪਾਰਲੀਮੈਂਟ ਕੋਲ ਕੀ ਹੈ, ਜਾ ਸਕਦਾ ਹੈ। ਠੀਕ ਹੈ, ਨੈਕਸਟ ਕੀ ਹੈ, ਐਕਸਪ੍ਰੈਸ ਵਿਊਜ਼ ਵਿਦਿਨ ਟਾਈਮ ਲਿਮਿਟ ਅਦਰਵਾਈਜ਼ ਡੀਮਡ ਪਾਸ, ਕਿ ਜਿੰਨਾ ਟਾਈਮ ਉਹਨਾਂ ਨੂੰ ਲਿਮਿਟ ਟਾਈਮ ਹੈ, ਅਗਰ ਲਿਮਿਟ ਟਾਈਮ ਦੇ ਵਿੱਚ ਆਪਦੇ ਵਿਊਜ਼ ਐਕਸਪ੍ਰੈਸ ਨਹੀਂ ਕਰਦੇ ਬੋਥ ਹਾਊਸਿਸ ਆਫ ਪਾਰਲੀਮੈਂਟ, ਕਿ ਆਪਦਾ ਡਿਸੀਜ਼ਨ ਨਹੀਂ ਦਿੰਦੇ, ਤਾਂ ਜਿਹੜਾ ਡੀਮਡ ਪਾਸ ਹੋ ਜਾਏਗਾ ਪ੍ਰੈਜ਼ੀਡੈਂਟ ਹੀ ਪਾਸ ਕਰ ਦੇਗਾ ਉਸ ਚੀਜ਼ 'ਤੇ, ਉਸ ਬਿੱਲ 'ਤੇ ਪ੍ਰੈਜ਼ੀਡੈਂਟ ਹੀ ਸਾਈਨ ਕਰ ਦੇਗਾ। ਨੈਕਸਟ ਕੀ ਹੈ, ਸਿੰਪਲ ਮੈਜੋਰਿਟੀ। ਠੀਕ ਹੈ, ਉਸ ਤੋਂ ਬਾਅਦ ਆਪਣੇ ਕੋਲ ਲਾਸਟ ਆਰਟੀਕਲ ਹੈ ਫਸਟ ਪਾਰਟ ਦਾ, ਆਰਟੀਕਲ 4, laws made under article 283 are not to be considered as amendments of the constitution under article 368। ਕੀ ਕਹਿੰਦੇ ਨੇ ਕਿ ਜਿਹੜਾ laws made under article 283 ਹੈ ਉਹਨੂੰ ਕੀ ਅਮੈਂਡਮੈਂਟ 'ਚ, ਕੌਂਸਟੀਟਿਊਸ਼ਨ ਦੀ ਅਮੈਂਡਮੈਂਟ 'ਚ ਕੰਸੀਡਰ ਨਹੀਂ ਕੀਤਾ ਗਿਆ ਅੰਡਰ ਆਰਟੀਕਲ 368। ਠੀਕ ਹੈ, ਇਹ ਆਪਣੇ ਕੀ ਸੀ, 4 ਆਰਟੀਕਲ ਸੀ, ਕਿਹਦੇ ਕਿਹੜੇ, ਪਾਰਟ ਫਸਟ ਦੇ, ਪਾਰਟ ਫਸਟ ਕਿਹੜਾ ਆਪਣੇ ਕੋਲ, ਯੂਨੀਅਨ ਐਂਡ ਇਟਸ ਟੈਰੀਟਰੀ। ਆਰਟੀਕਲ 1 ਕੀ ਕਹਿੰਦਾ ਹੈ
इंडिया दैट इज़ भारत शैल बी अ यूनियन ऑफ स्टेट्स। यूनियन एग्रीमेंट्स ਇਹਦਾ ਕੋਈ ਵੀ ਸਾਈਨ ਨਹੀਂ ਹੈ। ਔਰ ਕੀ ਕਹਿੰਦੇ ਨੇ, नो स्टेट हैज़ द राइट टू गेट separated from it, ਕਿ ਕਿਸੇ ਵੀ ਸਟੇਟ ਕੋਲ ਰਾਈਟ ਨਹੀਂ ਹੈ ਕਿ ਉਸ ਕੀ ਹੈ ਕੰਟਰੀ ਤੋਂ ਸਟੇਟ ਕੀ ਹੋ ਜੇ, ਅੱਡ ਹੋ ਜੇ। ਨੈਕਸਟ ਟੈਰੀਟਰੀ ਆਫ ਇੰਡੀਆ ਕੀ ਹੈ, ਟੈਰੀਟਰੀ ਆਫ ਇੰਡੀਆ 'ਚ ਕੀ ਆ ਜਾਂਦਾ ਹੈ, ਸਟੇਟ ਆ ਜਾਂਦਾ ਹੈ, यूटीज़ आ जांदियां ने जो अपनी यूनियन टैरीटरीज़ ने, और अदर टैरीटरीज़ एक्वायर्ड बाय इंडिया की होर टैरीटरीज़ जिन्हां ते की है इंडिया ने कब्जा किया है। ठीक है। नैक्सट आर्टिकल 2 च की हो जाता है, एडमिशन एट स्टैबलिशमेंट ऑफ न्यू स्टेट्स दैट आर नॉट पार्ट ऑफ द यूनियन ऑफ इंडिया, कि एडमिशन एडमिट या स्टैबलिश करना न्यू स्टेट्स ਜਿਹੜੀਆਂ कि इंडिया दी यूनियन ऑफ इंडिया का पार्ट नहीं है। ठीक है। आर्टिकल 3 की हो गया न्यू स्टेट सैपरेशन एंड यूनाइट स्टेट एंड यूटीज़, कि कोई भी न्यू स्टेट बन सकती है, किसी ਨੂੰ ਵੀ ਆਪਾਂ ਇੱਕ ਸਟੇਟ ਨੂੰ ਦੂਜੀ ਸਟੇਟ 'ਚ ਆਪਾਂ ਮਰਜ ਕਰ ਸਕਦੇ ਹਾਂ, ਨਾਮ ਬਦਲ ਸਕਦੇ ਹਾਂ, ਅਲੱਗ ਕਰ ਸਕਦੇ ਹਾਂ ਜਾਂ ਮਰਜ ਕਰ ਸਕਦੇ ਹਾਂ। ਠੀਕ ਹੈ। ਇਹ ਪਾਵਰ ਕਿਹਦੇ ਕੋਲ ਹੈ, ਪਾਰਲੀਮੈਂਟ ਕੋਲ ਹੈ, ਕਿ ਉਹਦੀ ਇਨਕਰੀਜ਼ करे एरिया या डिक्रीज़ करे या अल्टर द बाउंड्रीज और नेम्स ऑफ एनी स्टेट, कि किसी भी स्टेट की बाउंड्री घट वध कर सकती है, नेम बदल सकती है, नेम उही रख सकती है। एक ही विषय पार्लीमेंट की प्रोसीजर की सी उपर दसिया सी कि बिल पास होएगा बहुत हाउसिस दे विचों, पार्लीमेंट के प्रीवियर रिकमेंडेशन की होएगी प्रेजिडेंट की। अगर वो किसी भी स्टेट की बाउंड्री या नेम ते इफेक्ट करती है तो स्टेट पहला कित्थे जाएगा, स्टेट लैजिसलेचर दे कोल, दैन उस तो बाद वो पार्लीमेंट नूं रैफर करेगा, बट यूटीज़ सीधा की है पार्लीमेंट कोल जा सकती है। एक्सप्रैस व्यूज़ विद इन टाइम लिमिट, कि टाइम लिमिट दे विच उन्हां नूं आपदे व्यूज़ देने पैणगे, अदरवाइज़ की है डीम्ड पास हो जाएगा। फोर्थ की है सिंपल मैजोरिटी, कि सिंपल मैजोरिटी नाल सब पास हो जाएगा। आर्टिकल 4 आपां नूं की कहंदा है कि लॉज मेड अंडर आर्टिकल 283 आर नॉट टू बी कंसीडर्ड एज अमेंडमेंट्स ऑफ द कॉन्स्टिट्यूशन अंडर आर्टिकल 368। इत्थे अपना की हुंदा है, पार्ट्स का फस्ट पार्ट पूरा होंदा है यूनियन एंड इट्स टैरीटरीज, आर्टिकल 1 to 4। ठीक है। नैक्सट हुण पार्ट सैकेंड है सिटीजनशिप। मैं जदों आपां सिटीजनशिप के MCQs भी कीते सी, मैं उदों भी तुहानूं एक्सप्लेन कीता सी कि आपां सिटीजनशिप के आर्टिकल्स ने जिहड़े 5 to 11 ये आपां कदे भी डिटेल्स च नहीं करते। ठीक है। हुण आपां देख लैंदे हां सिटीजनशिप की हुंदी है, सिटीजनशिप हुंदी है नागरिकता। इंडियन कॉन्स्टिट्यूशन के पार्ट सैकेंड च है किहड़े आर्टिकल्स दे अंडर 5 to 11। हुण देख लैंदे हां सिटीजन की हुंदा है, एक नागरिक की हुंदा है, अ पर्सन हू इंजॉयज फुल मैंबरशिप ऑफ द कम्यूनिटी इन विच ही लिव्स। मैं तुहानूं लास्ट वीडियो च भी दसिया सी कि सिटीजन की हुंदा है कि एक नागरिक, एक पर्सन, एक सिंगल पर्सन जिहदे कोल की है आपदा राइट्स ने, हर चीज़ उहदे कोल पूरी है कि आपदी मैंबरशिप की फुल मैंबरशिप इंजॉय करन दी, कि जिहड़ी सोसाइटी जिहड़ी कम्यूनिटी च रहिंदा है। जिवें हुण अपने कोल प्रॉपर की है इंडियन सिटीजनशिप है, अपनी मर्जी आपां जद भी उठदे आ, खांदे आ, पींदे आ, रोंदे आ, सौंदे आ, अपनी मर्जी है, आपां पढ़ना पढ़दे आ, नहीं पढ़दे नहीं पढ़ना, नहीं दिल है आपां नहीं पढ़दे। ठीक है। जे अपनी मर्जी आपां खाना आपां खाई जाइए, जे अपनी मर्जी आपां सोने आपां सोई जाइए। ठीक है। कि है अपने कोल फुल मैंबरशिप है, अपने कोल एक लीगल राइट है क्योंकि अपने कोल इंडियन सिटीजनशिप है। ठीक है, समझ आई। नैक्सट की है इंडिया कोल सिंगल सिटीजनशिप है, नो स्टेट सिटीजनशिप। की कहते हैं कि जिहड़ी इंडिया है, इंडिया कोल एक कंट्री सिटीजनशिप ही है, इंडिया दे विच एक सिंगल सिटीजनशिप भी है। इंडिया दे कोल नो स्टेट सिटीजनशिप, मतलब जे आपां पंजाब दे आ, अपने कोल पंजाब दी स्टेट सिटीजनशिप नहीं है। आपां हरियाणे दे आ, अपने कोल हरियाणे दी सिटीजनशिप नहीं है। अपने कोल सिटीजनशिप की है कंट्री दी, कि आपां इंडिया दे सिटीजन आ, अपने कोल सिर्फ इंडिया दी सिटीजनशिप है। ठीक है। कन्फ्यूज़ नहीं होना कि इंडिया दे विच ड्यूल सिटीजनशिप की नहीं है। ठीक है। इंडिया दे विच की है सिर्फ सिंगल सिटीजनशिप है। नैक्सट की है एक्विजिशन ऑफ सिटीजनशिप, कि आपां नूं सिटीजनशिप किवें मिलदी है, बाय बर्थ, बाय डिसेंट, बाय रजिस्ट्रेशन, बाय नैचुरलाइजेशन और बाय इनकॉर्पोरेशन ऑफ टैरीटरी। हुण की कहंदे ने बाय बर्थ, वो तो सब नूं पता है अपना बर्थ इंडिया च होया, ऑब्वियस जी गल है, आपां उस चीज़ नूं रजिस्टर करांगे तो अपने कोल इंडियन सिटीजन की हो जाएगी, बाय बर्थ हो जाएगी। ठीक है। नैक्सट है बाय डिसेंट। बाय डिसेंट की हुंदा है कि अगर तुहाडे मतलब जिहड़े फादर ने, तुहाडे पापा ने, उन्हां दा बर्थ इंडिया च है,
ਬਟ ਬਰਥ ਤੋਂ ਬਾਅਦ ਕੁਛ ਟਾਈਮ ਤੋਂ ਬਾਅਦ ਉਹ ਅਬਰੋਡ ਚਲੇ ਜਾਂਦੇ ਨੇ, ਬਾਹਰ ਚਲੇ ਜਾਂਦੇ ਨੇ, ਦੈਨ ਤੁਹਾਡਾ ਬਰਥ ਉੱਥੇ ਹੁੰਦਾ ਹੈ, ਫਿਰ ਵੀ ਤੁਹਾਡੇ ਕੋਲ ਲੀਗਲ ਰਾਈਟ ਹੈ ਕਿ ਤੁਸੀਂ ਇੰਡੀਆ ਦੇ ਕੀ ਹੋ, ਸਿਟੀਜ਼ਨ ਹੋ, ਕਿਉਂਕਿ ਤੁਹਾਡੇ ਫਾਦਰ ਦਾ ਜਿਹੜਾ ਬਰਥ ਹੈ ਉਹ ਕਿੱਥੇ ਹੋਇਆ ਹੈ, ਇੰਡੀਆ ਦੇ ਵਿੱਚ। ਠੀਕ ਹੈ, ਫਸਟ ਬਾਏ ਬਰਥ, ਸੈਕਿੰਡ ਬਾਏ ਡਿਸੈਂਟ, ਔਰ ਥਰਡ ਕੀ ਬਾਏ ਰਜਿਸਟ੍ਰੇਸ਼ਨ, ਕਿ ਜਦੋਂ ਤੁਸੀਂ ਤੁਹਾਡਾ ਬਰਥ ਹੁੰਦਾ ਔਰ ਤੁਸੀਂ ਉਸ ਚੀਜ਼ ਨੂੰ ਰਜਿਸਟਰ ਕਰਾ ਦਿੰਦੇ ਹੋ ਤਾਂ ਕੀ ਹੈ, ਬਾਏ ਰਜਿਸਟ੍ਰੇਸ਼ਨ ਵੀ ਤੁਸੀਂ ਇੰਡੀਆ ਸਿਟੀਜ਼ਨਸ਼ਿਪ ਲੈਣ ਦੇ ਕੀ ਹੋ, ਹੱਕ ਦੇ ਵਿੱਚ ਹੋ। ਦੈਨ ਕੀ ਹੈ, ਬਾਏ ਨੈਚੁਰਲਾਈਜੇਸ਼ਨ। ਬਾਏ ਨੈਚੁਰਲਾਈਜੇਸ਼ਨ ਦਾ ਮਤਲਬ ਕੀ ਹੁੰਦਾ ਹੈ ਕਿ ਤੁਸੀਂ ਕੁਛ ਵੀ ਇੰਡੀਆ ਲਈ ਚੰਗਾ ਕੀਤਾ ਹੈ, ਚਾਹੇ ਤੁਸੀਂ ਇੰਡੀਆ ਦੇ ਸਿਟੀਜ਼ਨ ਪਹਿਲਾਂ ਨਹੀਂ ਹੋ, ਤੁਸੀਂ ਕੁਛ ਵੀ ਚੰਗਾ ਕੰਮ ਕੀਤਾ ਹੈ, ਕੁਛ ਵੀ ਚੰਗਾ ਕੰਮ ਮਤਲਬ ਤੁਸੀਂ ਓਲੰਪਿਕਸ 'ਚ ਮੈਡਲ ਲੈ ਕੇ ਆਏ ਹੋ, ਤੁਸੀਂ ਕੁਛ ਵਧੀਆ ਲਿਖਿਆ ਜਿਹਨੂੰ ਅਵਾਰਡ ਮਿਲਿਆ, ਨੈਸ਼ਨਲ ਅਵਾਰਡ ਮਿਲਿਆ, ਕੁਛ ਡਾਂਸਿੰਗ, ਸਿੰਗਿੰਗ, ਜੋ ਮਰਜ਼ੀ, ਚਾਹੇ ਉਹ ਗੇਮਸ ਨੇ, ਓਲੰਪਿਕਸ ਨੇ, ਸਵਿਮਿੰਗ ਹੈ, ਜੋ ਮਰਜ਼ੀ, ਤੁਸੀਂ ਕੁਛ ਵੀ ਚੰਗਾ ਕੰਮ ਕੀਤਾ ਹੈ ਕਿਹਦੇ ਵਾਸਤੇ, ਇੰਡੀਆ ਵਾਸਤੇ, ਦੈਨ ਵੀ ਤੁਸੀਂ ਕੀ ਇੰਡੀਅਨ ਸਿਟੀਜ਼ਨਸ਼ਿਪ ਲੈਣ ਦੇ ਹੱਕ ਵਿੱਚ ਹੋ, ਬਾਏ ਨੈਚੁਰਲਾਈਜੇਸ਼ਨ। ਠੀਕ ਹੈ, ਨੈਕਸਟ ਆਪਣੇ ਕੋਲ ਲਾਸਟ ਕੀ ਹੈ, ਬਾਈ ਇਨਕੋਰਪੋਰੇਸ਼ਨ ਆਫ ਟੈਰੀਟਰੀ, ਮਤਲਬ ਇੰਡੀਆ ਨੇ ਕਿਸੇ ਵੀ ਜਗ੍ਹਾ 'ਤੇ ਹਮਲਾ ਕੀਤਾ ਔਰ ਉਸ ਤੋਂ ਬਾਅਦ ਇੰਡੀਆ ਨੇ ਉਹਨੂੰ ਮਤਲਬ ਆਪਦੇ ਕੋਲ ਕਰ ਲਿਆ, ਜਿਵੇਂ ਫੋਰ ਐਗਜ਼ਾਮਪਲ ਨੇਪਾਲ ਆਪਦੀ ਆਪਾਂ ਟੈਰੀਟਰੀ 'ਚ ਲੈ ਆਏ, ਤਾਂ ਫਿਰ ਵੀ ਤੁਸੀਂ ਕੀ ਹੋ, ਇੰਡੀਅਨ ਸਿਟੀਜ਼ਨਸ਼ਿਪ ਦੇ ਹੱਕ ਵਿੱਚ ਹੋ। ਠੀਕ ਹੈ, 5 ਕਿਹੜੇ ਨੇ, ਬਾਏ ਬਰਥ, ਬਾਏ ਡਿਸੈਂਟ, ਬਾਏ ਰਜਿਸਟ੍ਰੇਸ਼ਨ, ਬਾਏ ਨੈਚੁਰਲਾਈਜੇਸ਼ਨ ਔਰ ਬਾਏ ਇਨਕੋਰਪੋਰੇਸ਼ਨ ਆਫ ਟੈਰੀਟਰੀ। ਇਹਨਾਂ 5 ਤਰੀਕਿਆਂ ਨਾਲ ਆਪਾਂ ਇੰਡੀਅਨ ਸਿਟੀਜ਼ਨਸ਼ਿਪ ਕੀ ਹੈ, ਲੈ ਸਕਦੇ ਹਾਂ। ਠੀਕ ਹੈ, ਨੈਕਸਟ ਹੈ ਮੇਨ ਜਿਹੜਾ MCQs ਪੁੱਛਿਆ ਵੀ ਜਾਂਦਾ ਹੈ ਕਿ ਪ੍ਰੈਜ਼ੀਡੈਂਟ ਨੂੰ ਕੀ ਕੀ ਚੀਜ਼ ਚਾਹੀਦੀ ਹੈ ਬਣਨ ਵਾਸਤੇ, ਪ੍ਰੈਜ਼ੀਡੈਂਟ ਨੂੰ ਕਿਵੇਂ ਸਿਟੀਜ਼ਨਸ਼ਿਪ ਮਿਲਦੀ ਹੈ, ਅਗਰ ਇੱਕ ਆਦਮੀ ਨੇ ਪ੍ਰੈਜ਼ੀਡੈਂਟ ਬਣਨਾ ਹੈ ਤਾਂ ਉਹਨੂੰ ਕੀ ਕੀ ਚੀਜ਼ ਚਾਹੀਦੀ ਹੈ, ਉਹਨੂੰ ਇੱਕ ਨੈਚੁਰਲਾਈਜੇਸ਼ਨ ਸਿਟੀਜ਼ਨ ਹੈ ਤਾਂ ਫਿਰ ਵੀ ਕੀ ਪ੍ਰੈਜ਼ੀਡੈਂਟ ਬਣ ਸਕਦਾ ਹੈ, ਅਗਰ ਉਹ ਸਿਟੀਜ਼ਨ ਬਾਈ ਬਰਥ ਹੈ ਫਿਰ ਤਾਂ ਬਣ ਹੀ ਸਕਦਾ ਹੈ, ਬਟ ਉਹਦੇ ਕੋਲ ਨੈਚੁਰਲਾਈਜ਼ਡ ਸਿਟੀਜ਼ਨ ਹੈ, ਉਹਨੇ ਕੁਛ ਵਧੀਆ ਕੰਮ ਕੀਤਾ ਹੈ, ਓਲੰਪਿਕਸ 'ਚ ਮੈਡਲ ਜਿੱਤੇ ਨੇ ਜਾਂ ਕੁਛ ਵੀ, ਜਾਂ ਸਿੰਗਿੰਗ, ਡਾਂਸਿੰਗ, ਕੁਛ ਵੀ ਅੱਛਾ ਕੀਤਾ ਹੈ ਇੰਡੀਆ ਵਾਸਤੇ, ਤਾਂ ਫਿਰ ਵੀ ਉਹ ਪ੍ਰੈਜ਼ੀਡੈਂਟ ਬਣਨ ਦੇ ਕੀ ਹੈ, ਹੱਕ ਵਿੱਚ ਹੈ, ਉਹਦਾ ਲੀਗਲ ਰਾਈਟ ਹੈ ਕਿ ਉਹ ਪ੍ਰੈਜ਼ੀਡੈਂਟ ਬਣ ਸਕਦਾ ਹੈ। ਠੀਕ ਹੈ, ਨੈਕਸਟ ਹੈ ਲੂਜ਼ਿਸ ਆਫ ਇੰਡੀਅਨ ਸਿਟੀਜ਼ਨਸ਼ਿਪ, ਕਿ ਆਪਾਂ ਇੰਡੀਅਨ ਸਿਟੀਜ਼ਨਸ਼ਿਪ ਕਿਵੇਂ ਲੂਜ਼ ਕਰਦੇ ਹਾਂ, ਰੈਨੂਸੀਏਸ਼ਨ, ਟਰਮੀਨੇਸ਼ਨ ਜਾਂ ਡੈਪਰੀਵੇਸ਼ਨ। ਹੁਣ ਰੈਨੂਸੀਏਸ਼ਨ 'ਚ ਕੀ ਹੋ ਗਿਆ, ਵੋਲੰਟਰੀ ਐਕਟ ਦੇ ਤਹਿਤ ਆਪਾਂ ਨੂੰ, ਅਗਰ ਆਪਾਂ ਫੋਰਨ 'ਚ ਰਹਿ ਰਹੇ ਹਾਂ, ਆਪਾਂ ਨੂੰ ਫੋਰਨ ਦੇ ਵਿੱਚ ਸਿਟੀਜ਼ਨਸ਼ਿਪ ਮਿਲ ਗਈ, ਤਾਂ ਰੈਨੂਸੀਏਸ਼ਨ ਦੇ ਤਹਿਤ ਆਪਣੀ ਇੰਡੀਅਨ ਸਿਟੀਜ਼ਨਸ਼ਿਪ ਕੀ ਆਪਾਂ ਲੂਜ਼ ਕਰ ਲਾਂਗੇ। ਠੀਕ ਹੈ, ਨੈਕਸਟ ਹੈ ਟਰਮੀਨੇਸ਼ਨ। ਟਰਮੀਨੇਸ਼ਨ 'ਚ ਕੀ ਹੁੰਦਾ, ਆਪਰੇਸ਼ਨ ਆਫ ਲਾਅ, ਜਿਹੜੀ ਕਿ ਗਵਰਨਮੈਂਟ ਦੁਆਰਾ ਕੀ ਕੈਂਸਲ ਇੰਡੀਅਨ ਸਿਟੀਜ਼ਨਸ਼ਿਪ ਕੀਤੀ ਜਾਂਦੀ ਹੈ। ਅਗਰ ਤੁਸੀਂ ਅਬਰੋਡ ਚਲੇ ਗਏ, ਤੁਹਾਨੂੰ ਉੱਥੇ ਸਿਟੀਜ਼ਨਸ਼ਿਪ ਮਿਲ ਗਈ, ਗਵਰਨਮੈਂਟ ਨੂੰ ਪਤਾ ਚੱਲ ਗਿਆ, ਤਾਂ ਗਵਰਨਮੈਂਟ ਕੋਲ ਇੰਨਾ ਲੀਗਲ ਰਾਈਟ ਹੈ, ਚਾਹੇ ਤੁਸੀਂ ਬਰਥ ਇੰਡੀਆ ਦਿਓ ਤਾਂ ਕੀ ਹੈ, ਗਵਰਨਮੈਂਟ ਕੋਲ ਇੰਨਾ ਹੱਕ ਹੈ ਕਿ ਉਹ ਤੁਹਾਡੀ ਕੀ ਹੈ, ਇੰਡੀਅਨ ਸਿਟੀਜ਼ਨਸ਼ਿਪ ਕੈਂਸਲ ਕਰ ਸਕਦੀ ਹੈ। ਡੈਪਰੀਵੇਸ਼ਨ 'ਚ ਕੀ ਹੋ ਸਕਦਾ, ਫਰੋਡ ਹੋ ਸਕਦਾ ਹੈ, ਫਾਲਸ ਰਿਪਰੈਜ਼ੈਂਟੇਡ ਕਰ ਸਕਦੇ ਹੋ, ਜੇ ਤੁਸੀਂ ਪਤਾ ਨਹੀਂ ਇੰਡੀਆ ਨਾਲ ਕਿੰਨਾ ਵੱਡਾ ਫਰੋਡ ਕੀਤਾ ਹੈ, ਆਪਦੇ ਆਪ ਨੂੰ ਗਲਤ ਦਿਖਾਇਆ ਹੈ, ਠੀਕ ਹੈ, ਤਾਂ ਫਿਰ ਵੀ ਤੁਹਾਡੀ ਕੀ ਹੈ, ਡੈਪਰੀਵੇਸ਼ਨ ਦੇ ਤਹਿਤ ਤੁਹਾਡੀ ਇੰਡੀਅਨ ਸਿਟੀਜ਼ਨਸ਼ਿਪ ਕੀ ਹੈ, ਤੁਹਾਡੇ ਤੋਂ ਲਈ ਜਾ ਸਕਦੀ ਹੈ। ਦੈਨ ਕੀ ਕੰਪਲਸਰੀ ਟਰਮੀਨੇਸ਼ਨ ਅਬਟੇਨ ਬਾਈ ਰਜਿਸਟ੍ਰੇਸ਼ਨ ਔਰ ਨੈਚੁਰਲਾਈਜੇਸ਼ਨ, ਕਿ ਅਗਰ ਤੁਹਾਡੀ ਰਜਿਸਟ੍ਰੇਸ਼ਨ ਹੀ ਨਹੀਂ ਹੈ, ਨੈਚੁਰਲਾਈਜੇਸ਼ਨ ਦੇ ਤਹਿਤ ਜਾਂ ਸਿੰਪਲ ਬਰਥ ਦੇ ਤਹਿਤ ਤੁਹਾਡੀ ਰਜਿਸਟ੍ਰੇਸ਼ਨ ਹੀ ਨਹੀਂ ਹੈ, ਫਿਰ ਵੀ ਤੁਸੀਂ ਆਪਦੀ ਕੀ ਹੈ, ਇੰਡੀਅਨ ਸਿਟੀਜ਼ਨਸ਼ਿਪ ਕੀ ਹੈ, ਲੂਜ਼ ਕਰ ਸਕਦੇ ਹੋ। ਠੀਕ ਹੈ, ਸਮਝ ਆਈ। ਅੱਜ ਆਪਾਂ ਕੀ ਦੋ ਕੀਤੇ ਨੇ, ਕਿਹੜੇ ਕਿਹੜੇ, ਪਾਰਟ 1 ਤੇ ਪਾਰਟ 2। ਪਾਰਟ 1 ਆਰਟੀਕਲ 1 to 4 ਯੂਨੀਅਨ ਐਂਡ ਇਟਸ ਟੈਰੀਟਰੀ, ਪਾਰਟ 2 ਕਿਹੜਾ, ਸਿਟੀਜ਼ਨਸ਼ਿਪ, ਜਿਹਦੇ 'ਚ ਆਪਾਂ ਕੀ ਕੀਤਾ ਹੈ, ਆਰਟੀਕਲ 5 to 11। ਠੀਕ ਹੈ, ਨੈਕਸਟ ਹੁਣ ਅੱਗੇ ਆਪਾਂ ਥੋੜ੍ਹਾ ਜਿਹਾ ਉੱਪਰੋਂ ਦੇਖ ਲੈਂਦੇ ਹਾਂ, ਫੰਡਾਮੈਂਟਲ ਰਾਈਟਸ। ਫੰਡਾਮੈਂਟਲ ਰਾਈਟਸ ਕੀ ਹੁੰਦੇ ਨੇ, ਆਪਣੇ ਮੌਲਿਕ ਅਧਿਕਾਰ, ਕਿਹੜੇ ਕਿਹੜੇ ਆਰਟੀਕਲਸ 'ਚ ਨੇ, ਆਰਟੀਕਲ 12 to 35, ਜਿਹਨੂੰ ਆਪਾਂ ਕੀ ਕਹਿ ਦਿੰਦੇ ਹਾਂ, ਮੈਗਨਾ ਕਾਰਟਾ ਆਫ ਇੰਡੀਆ। ਠੀਕ ਹੈ, ਮਤਲਬ ਕਿ ਮੈਗਨਾ ਕਾਰਟਾ ਆਫ ਇੰਡੀਆ ਆਪਾਂ ਕਹਿ ਦਿੰਦੇ ਹਾਂ ਆਰਟੀਕਲਸ ਨੂੰ। ਆਰਟੀਕਲ 12 to 35 ਦੇ ਵਿੱਚ ਨੇ, ਪਾਰਟ ਕਿਹੜੇ, 3 ਦੇ ਵਿੱਚ, ਕਿ ਆਪਣੇ ਮੌਲਿਕ ਅਧਿਕਾਰ, ਕਿ ਆਪਾਂ ਨੂੰ ਫੰਡਾਮੈਂਟਲ ਰਾਈਟਸ ਨੇ, ਆਪਾਂ ਨੂੰ ਰਾਈਟਸ ਹੈ, ਰਾਈਟ ਟੂ ਇਕੁਐਲਿਟੀ, ਰਾਈਟ ਟੂ ਫਰੀਡਮ, ਰਾਈਟ ਅਗੇਂਸਟ ਐਕਸਪਲੋਇਟੇਸ਼ਨ, ਇਹ ਕੀ ਨੇ, ਆਪਣੇ ਕੋਲ ਰਾਈਟਸ ਨੇ। ਆਪਣੇ ਕੋਲ ਰਾਈਟਸ ਨੇ ਤਾਂ ਆਪਾਂ ਆਪਦੀ ਮਰਜ਼ੀ ਨਾਲ ਕੁਛ ਵੀ ਕਰ ਸਕਦੇ ਹਾਂ ਨਾ। ਠੀਕ ਹੈ, ਹੁਣ ਚਾਈਨਾ 'ਚ ਇਹ ਚੀਜ਼ ਤਾਂ ਹੈ ਹੀ ਨਹੀਂ, ਚਾਈਨਾ 'ਚ ਡਿਕਟੇਟਰਸ਼ਿਪ ਹੈ, ਚਾਈਨਾ 'ਚ ਕੋਈ ਆਪਦੀ ਮਰਜ਼ੀ ਨਾਲ ਕੁਛ ਵੀ ਨਹੀਂ ਕਰ ਸਕਦਾ। ਆਪਣੇ ਕੋਲ ਡੈਮੋਕ੍ਰੇਸੀ, ਆਪਣੇ ਕੋਲ ਰਾਈਟਸ ਨੇ, ਆਪਾਂ ਆਪਦੀ ਮਰਜ਼ੀ ਨਾਲ ਕੁਛ ਵੀ ਕਰ ਸਕਦੇ ਹਾਂ, ਬਟ ਲੀਗਲੀ। ਠੀਕ ਹੈ,
ਇੰਡੀਅਨ ਨੈਸ਼ਨਲ ਕਾਂਗਰਸ ਦਾ ਕਰਾਚੀ ਸੈਸ਼ਨ ਸੀ, ਜਿਹਦੇ ਸਰਦਾਰ ਵੱਲਭ ਭਾਈ ਪਟੇਲ ਜਿਹੜੇ ਉਸ ਟਾਈਮ ਦੇ ਪ੍ਰੈਜ਼ੀਡੈਂਟ ਸੀ, ਉਹਨਾਂ ਨੇ ਕੀ ਫੰਡਾਮੈਂਟਲ ਰਾਈਟਸ ਕੀ ਅਡੋਪਟ ਕੀਤੇ ਸੀ, ਉਦੋਂ ਅਡੋਪਟ ਕੀਤੇ ਸੀ। ਠੀਕ ਹੈ। ਲਿਸਟ ਆਫ ਫੰਡਾਮੈਂਟਲ ਰਾਈਟਸ ਓਰੀਜਨਲੀ ਆਪਣੇ ਕੋਲ 7 ਨੇ, ਬਟ ਹੁਣ ਕਿੰਨੇ ਨੇ? 6 ਨੇ। ਠੀਕ ਹੈ। ਫਸਟ ਕਿਹੜਾ ਹੈ? ਰਾਈਟ ਟੂ ਇਕੁਐਲਿਟੀ, ਕਿਹੜੇ ਆਰਟੀਕਲਸ ਦੇ ਅੰਡਰ ਆਉਂਦਾ ਹੈ? ਆਰਟੀਕਲ 14 to 18। ਸੈਕਿੰਡ ਕੀ ਹੈ? ਰਾਈਟ ਟੂ ਫਰੀਡਮ, ਕਿਹੜੇ ਆਰਟੀਕਲ ਦੇ ਅੰਡਰ ਆਉਂਦਾ ਹੈ? 19 to 22। ਥਰਡ ਕਿਹੜਾ? ਰਾਈਟ ਅਗੇਂਸਟ ਐਕਸਪਲੋਇਟੇਸ਼ਨ, ਆਰਟੀਕਲ 23 to ਆਰਟੀਕਲ 24। ਰਾਈਟ ਟੂ ਫਰੀਡਮ ਆਫ ਰਿਲੀਜਨ, ਆਰਟੀਕਲ 25 to 28। नेक्स्ट है राइट टू कल्चर एंड एजुकेशनल राइट्स, आर्टिकल 29 to 30। नेक्स्ट है राइट टू प्रॉपर्टी, आर्टिकल 31। नेक्स्ट है राइट टू कॉन्स्टिट्यूशनल रेमेडीज, आर्टिकल 32। पहला ओरिजिनली अपने को 7 आर्टिकल्स 7 राइट सी, हुण किन्ने ने? 6। राइट टू इक्वालिटी, राइट टू फ्रीडम, राइट अगेंस्ट एक्सप्लोइटेशन, राइट टू फ्रीडम ऑफ रिलीजन, राइट टू कल्चर एंड एजुकेशनल राइट्स एंड राइट टू कॉन्स्टिट्यूशनल रेमेडीज। ਜਿਹੜਾ ਰਾਈਟ ਟੂ ਪ੍ਰੋਪਰਟੀ ਹੈ ਆਰਟੀਕਲ 31, ਇਹਨੂੰ ਡਿਲੀਟ ਕਰਤਾ ਸੀ ਕਿਹੜੀ ਅਮੈਂਡਮੈਂਟ ਦੁਆਰਾ? 44th ਕੌਂਸਟੀਟਿਊਸ਼ਨ ਅਮੈਂਡਮੈਂਟ 1978। ਔਰ ਉਸ ਤੋਂ ਬਾਅਦ ਇਹਨੂੰ ਫੰਡਾਮੈਂਟਲ ਰਾਈਟ ਤੋਂ ਬਾਅਦ ਇਹਨੂੰ ਲੀਗਲ ਰਾਈਟ ਬਣਾਤਾ ਸੀ ਕੌਂਸਟੀਟਿਊਸ਼ਨ, ਇੰਡੀਅਨ ਕੌਂਸਟੀਟਿਊਸ਼ਨ ਦੇ ਪਾਰਟ 12 ਅੰਡਰ ਆਰਟੀਕਲ 300A। ਠੀਕ ਹੈ। ਪਹਿਲਾਂ ਕੀ ਸੀ? ਇਹ ਫੰਡਾਮੈਂਟਲ ਰਾਈਟ ਸੀ, ਦੈਨ ਉਸ ਤੋਂ ਬਾਅਦ ਇਹਨੂੰ ਕੀ ਬਣਾ ਦਿੱਤਾ? ਲੀਗਲ ਰਾਈਟ ਬਣਾਤਾ। ਕਿਹੜੀ ਅਮੈਂਡਮੈਂਟ ਦੁਆਰਾ? ਕਿਹੜੇ ਪਾਰਟ 12 ਆਰਟੀਕਲ 300A ਦੇ ਤਹਿਤ। ਠੀਕ ਹੈ। ਨੈਕਸਟ ਹੁਣ ਦੇਖ ਲੈਂਦੇ ਹਾਂ ਫੰਡਾਮੈਂਟਲ ਰਾਈਟਸ ਔਰ ਲੀਗਲ ਰਾਈਟਸ ਕੀ ਹੁੰਦੇ ਨੇ। ਫੰਡਾਮੈਂਟਲ ਰਾਈਟਸ ਕੀ ਹੈ? ਸੁਪਰੀਮ ਕੋਰਟ ਕੈਨ ਬੀ ਅਪਰੋਚਡ ਡਾਇਰੈਕਟਲੀ, ਕਿ ਫੰਡਾਮੈਂਟਲ ਰਾਈਟਸ ਨੂੰ ਆਪਾਂ ਡਾਇਰੈਕਟ ਸੁਪਰੀਮ ਕੋਰਟ 'ਚ ਵੀ ਅਪਰੋਚ ਕਰ ਸਕਦੇ ਹਾਂ। ਮਤਲਬ ਰਾਈਟ ਟੂ ਇਕੁਐਲਿਟੀ, ਅਗਰ ਤੁਹਾਨੂੰ ਕਿਸੇ ਚੀਜ਼ 'ਚ ਸਮਾਨਤਾ ਨਹੀਂ ਮਿਲ ਰਹੀ, ਤੁਹਾਨੂੰ ਫਰੀਡਮ ਨਹੀਂ ਮਿਲ ਰਿਹਾ ਸਪੀਚ ਦਾ, ਐਕਸਪ੍ਰੈਸ਼ਨ ਦਾ, ਜਾਂ ਪੜ੍ਹਨ ਦਾ ਹੱਕ ਤੁਹਾਨੂੰ ਨਹੀਂ ਮਿਲ ਰਿਹਾ, ਆਪਣੇ ਰਾਈਟਸ ਨੇ, ਇਹਦੀ ਡਾਇਰੈਕਟ ਆਪਾਂ ਅਪਰੋਚ ਕਿੱਥੇ ਕਰ ਸਕਦੇ ਹਾਂ? ਇਹਦੀ ਡਾਇਰੈਕਟ ਅਪਰੋਚ ਆਪਾਂ ਕਿੱਥੇ ਕਰ ਸਕਦੇ ਹਾਂ? ਸੁਪਰੀਮ ਕੋਰਟ 'ਚ। ਆਪਾਂ ਨੂੰ ਜ਼ਰੂਰੀ ਨਹੀਂ ਹੈ ਕਿ ਆਪਾਂ ਕਿਸੇ ਵੀ ਸੁਬੋਰਡੀਨੇਟ ਕੋਰਟ 'ਚ ਜਾਣਾ ਪਏ, ਤੁਸੀਂ ਸਿੱਧਾ, ਚਾਹੇ ਤੁਸੀਂ ਕਾਮਨ ਮੈਨ ਹੋ, ਜੋ ਵੀ ਹੋ, ਤੁਸੀਂ ਡਾਇਰੈਕਟ ਇਹਦੀ ਅਪਰੋਚ ਕਿੱਥੇ ਕਰ ਸਕਦੇ ਹੋ? ਸੁਪਰੀਮ ਕੋਰਟ ਦੇ ਵਿੱਚ। ਜਿਹੜੀ ਸਭ ਤੋਂ ਵੱਡੀ ਕੋਰਟ ਕੀ ਹੈ? ਸੁਪਰੀਮ ਕੋਰਟ ਕਿੱਥੇ ਹੈ? ਦਿੱਲੀ ਦੇ ਵਿੱਚ। ਤੁਸੀਂ ਸਿੱਧਾ ਡਾਇਰੈਕਟ ਅਪਰੋਚ ਉੱਥੇ ਕਰ ਸਕਦੇ ਹੋ। ਨੈਕਸਟ ਕੀ ਹੈ? ਲੀਗਲ ਰਾਈਟ। ਲੀਗਲ ਰਾਈਟ ਨੂੰ ਕੀ ਹੁੰਦਾ ਹੈ? ਲੀਗਲ ਰਾਈਟ ਨੂੰ ਆਪਾਂ ਨੂੰ ਪਹਿਲਾਂ ਸਬੋਰਡੀਨੇਟ ਕੋਰਟ 'ਚ ਜਾ ਕੇ ਕੀ ਆਪਾਂ ਨੂੰ ਅਪਰੋਚ ਕਰਨੀ ਪੈਂਦੀ ਹੈ। ਅਗਰ ਸਬੋਰਡੀਨੇਟ ਕੋਰਟ 'ਚ ਆਪਾਂ ਨੂੰ ਡਿਸੀਜ਼ਨ ਨਹੀਂ ਮਿਲਦਾ, ਦੈਨ ਆਪਾਂ ਉੱਪਰ ਜਾ ਸਕਦੇ ਹਾਂ, ਬਟ ਪਹਿਲਾਂ ਆਪਾਂ ਨੂੰ ਕਿੱਥੇ ਜਾਣਾ ਪਏਗਾ? ਸਬੋਰਡੀਨੇਟ ਕੋਰਟ ਦੇ ਵਿੱਚ। ਠੀਕ ਹੈ। ਅੱਜ ਦੀ ਕਲਾਸ ਆਪਾਂ ਇੱਥੇ ਖ਼ਤਮ ਕਰਦੇ ਹਾਂ। ਨੈਕਸਟ ਪੋਲਿਟੀ ਦੀ ਕਲਾਸ ਦੇ ਵਿੱਚ ਆਪਾਂ ਆਰਟੀਕਲਸ ਐਕਸਪਲੇਨ ਕਰਾਂਗੇ, ਜਿੰਨੇ ਵੀ 6 ਮਤਲਬ ਆਪਣੇ ਕੋਲ ਰਾਈਟਸ ਨੇ, 12 ਤੋਂ 35 ਆਰਟੀਕਲਸ ਆਪਾਂ ਐਕਸਪਲੇਨ ਕਰਾਂਗੇ। ਔਰ ਕੋਈ ਵੀ ਤੁਸੀਂ ਪਾਰਟਸ ਆਫ ਕੌਂਸਟੀਟਿਊਸ਼ਨ ਦੀ ਕਲਾਸ ਮਿਸ ਨਹੀਂ ਕਰਨੀ, ਕਿਉਂਕਿ ਅਗਰ ਤੁਹਾਨੂੰ ਪਾਰਟਸ ਆਫ ਇੰਡੀਅਨ ਕੌਂਸਟੀਟਿਊਸ਼ਨ ਆ ਗਏ ਤਾਂ ਸਮਝੋ ਤੁਹਾਨੂੰ ਆਲਮੋਸਟ ਸਾਰੀ ਪੋਲਿਟੀ ਆ ਗਈ। ਅਗਰ ਪਾਰਟਸ ਤੁਹਾਨੂੰ ਡਿਟੇਲ 'ਚ ਆ ਗਏ ਤਾਂ ਤੁਹਾਡੀ ਪੋਲਿਟੀ ਕਲੀਅਰ ਹੈ, ਇੱਕ ਵੀ ਨੰਬਰ ਪੋਲਿਟੀ 'ਚੋਂ ਕਿਤੇ ਵੀ ਨਹੀਂ ਜਾਂਦਾ। ਠੀਕ ਹੈ। ਅਗਰ ਕਿਸੇ ਨੂੰ ਕੋਈ ਵੀ ਡਾਊਟ ਹੋਏ ਵਟਸਐਪ ਗਰੁੱਪ ਦੇ ਵਿੱਚ ਜਾਂ ਕਮੈਂਟਸ ਦੇ ਵਿੱਚ ਦੱਸ ਦਿਓ। ਔਰ ਨੈਕਸਟ ਕਲਾਸ ਆਪਣੀ ਹੈ ਹਿਸਟਰੀ ਦੀ, ਜਿਹਦੇ 'ਚ ਆਪਾਂ ਗੁਰੂ ਚੱਲ ਰਹੇ ਨੇ ਆਪਣੇ, ਗੁਰੂ ਲਾਸਟ ਗੁਰੂ ਆਪਣੇ ਰਹਿ ਗਏ, ਉਹਦੇ ਬਾਰੇ ਆਪਾਂ ਕਰਾਂਗੇ। ਥੈਂਕ ਯੂ ਸੋ ਮਚ।